और अनु जी ਤੁਹਾਡਾ ਸਵਾਗਤ ਕਰਦੇ ਹਾਂ। गुड मॉर्निंग राजेंद्र जी, सारे लिसनर्स ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ जी। तो आज थोड़ा ਜਿਹਾ ਡਿਫਰੈਂਟ ਤੁਹਾਡਾ ਟੌਪਿਕ ਹੈ, ਪਹਿਲਾਂ ਤਾਂ ਦਿਓ ਉਹਦੀ ਜਾਣਕਾਰੀ। ਹਾਂਜੀ, ਅੱਜ ਦਾ ਅਸੀਂ ਜਿਹੜਾ ਟੌਪਿਕ ਲੈ ਕੇ ਆਇਆ ਹੈਗਾ ਉਹ ਹੈ ਆਪਸ਼ਨਲ ਬੈਨੀਫਿਟਸ। ਤੇ ਇਸ ਤੋਂ ਪਹਿਲਾਂ ਕਿ ਮੈਂ ਇਸ ਬਾਰੇ 'ਚ ਹੋਰ ਇਨਫੋਰਮੇਸ਼ਨ ਦੇਖੋ ਮੈਂ ਇੰਸ਼ੋਰੈਂਸ ਏਜੰਟ ਵੀ ਨਹੀਂ ਹੈਗੀ, ਮੈਂ I don't sell insurance. मैं ਜਿਹੜਾ ਇਨਫੋਰਮੇਸ਼ਨ ਦੇ ਰਹੀ ਹਾਂ ਉਹ ਦੇ ਰਹੀ ਹਾਂ ਇੱਕ ਤੁਸੀਂ ਪਰਸਨਲ ਇੰਜਰੀ ਦੇ ਲਾਇਰ ਦੇ ਪਰਸਪੈਕਟਿਵ ਤੋਂ ਮੈਂ ਇਨਫੋਰਮੇਸ਼ਨ ਦੇ ਰਹੀ ਹੈਗੀ ਹਾਂ। ਪਰ ਜੋ ਤੁਹਾਡੀ ਆਪਣੀ ਜੋ ਇੰਸ਼ੋਰੈਂਸ ਜਿਹੜੀ ਤੁਸੀਂ ਲੈਣੀ ਹੈਗੀ, ਤੁਸੀਂ ਆਪਣੇ ਬ੍ਰੋਕਰ ਨਾਲ ਆਪਣੀ ਗੱਡੀ ਦੀ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਤੁਹਾਨੂੰ ਦੱਸਣਗੇ ਵੀ ਕੀ ਤੁਹਾਡੀ ਆਪਸ਼ਨ ਹੈ ਅਵੇਲੇਬਲ ਹੈ ਕਿ ਮੈਂ ਤੁਹਾਨੂੰ ਇੱਕ ਲਾਇਰ ਦੇ ਪਰਸਪੈਕਟਿਵ ਤੋਂ ਦੱਸਦੀ ਹੈਗੀ ਆ। ਓਨਟਾਰੀਓ ਦੇ ਵਿੱਚ ਸਾਰੀ ਜਿਹੜੀ ਇੰਸ਼ੋਰੈਂਸ ਹੈਗੀ ਉਹ ਕੰਪਲਸਰੀ ਇੰਸ਼ੋਰੈਂਸ ਹੈਗੀ। ਕੋਈ ਵੀ ਜੇ ਤੁਸੀਂ ਗੱਡੀ ਚਲਾਉਂਦੇ ਹੈਗੇ ਹੋ ਤੁਹਾਨੂੰ ਉਹਦੀ ਇੰਸ਼ੋਰੈਂਸ ਲੈਣੀ ਕੰਪਲਸਰੀ ਹੈਗੀ ਹੈ, ਉਸ ਤੋਂ ਬਗੈਰ ਤੁਸੀਂ ਗੱਡੀ ਨਹੀਂ ਚਲਾ ਸਕਦੇ। ਅੱਛਾ, ਤੇ ਜਦੋਂ ਤੁਸੀਂ ਗੱਡੀ ਦੀ ਇੰਸ਼ੋਰੈਂਸ ਲੈਂਦੇ ਹੈਗੇ ਹੋ ਉਹ ਜਿਹੜੀ ਇੰਸ਼ੋਰੈਂਸ ਹੈਗੀ ਤੁਸੀਂ ਕਿਸੇ ਵੀ ਬਹੁਤ ਸਾਰੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ, ਕਿਸੇ ਕੋਲੋਂ ਵੀ ਤੁਸੀਂ ਉਹ ਆਟੋ ਇੰਸ਼ੋਰੈਂਸ ਲੈ ਸਕਦੇ ਹੈਗੇ ਹੋ। ਤੇ ਜਿਹੜੀ ਡਿਫਰੈਂਟ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ ਉਹ ਤੁਹਾਡਾ ਪ੍ਰੀਮੀਅਮ ਜਿਹੜਾ ਹੈਗਾ ਉਹ ਡਿਫਰੈਂਟ ਤਰ੍ਹਾਂ ਚਾਰਜ ਕਰਦੀਆਂ ਨੇ। ਕੋਈ ਡਿਪੈਂਡ ਕਰਦਾ ਹੈਗਾ ਤੁਸੀਂ ਮਿਸਿਸਾਗਾ ਰਹਿੰਦੇ ਹੈਗੇ ਹੋ, ਬਰੈਂਪਟਨ ਰਹਿੰਦੇ ਹੈਗੇ ਹੋ, ਬੈਰੀ ਰਹਿੰਦੇ ਹੈਗੇ ਹੋ, ਕਿਸ਼ਨਰ ਰਹਿੰਦੇ ਹੈਗੇ ਹੋ, ਉਸ ਤੇ ਡਿਪੈਂਡ ਕਰਦਾ ਹੈਗਾ ਤੁਸੀਂ ਕਿਸ ਤਰ੍ਹਾਂ ਦੀ ਗੱਡੀ ਚਲਾਉਂਦੇ ਹੈਗੇ ਹੋ, ਘਰ ਦੇ ਵਿੱਚ ਕਿੰਨੇ ਡਰਾਈਵਰ ਹੈਗੇ ਨੇ, ਉਹਨਾਂ ਦੀ ਏਜ ਕਿੰਨੀ ਹੈਗੀ, ਇਹ ਸਾਰੇ ਬਹੁਤ ਸਾਰੇ ਫੈਕਟਰਸ ਨੇ। ਉਹਨਾਂ ਦੇ ਵਿੱਚ ਦੇਖ ਕੇ ਜਿਹੜੀ ਹੈਗੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਦੱਸੇਗੀ ਵੀ ਤੁਹਾਡਾ ਪ੍ਰੀਮੀਅਮ ਕੀ ਹੋਏਗਾ। ਪਰ ਜੋ ਵੀ ਤੁਹਾਡਾ ਪ੍ਰੀਮੀਅਮ ਹੋਏ, ਜਿੱਥੇ ਵੀ ਤੁਸੀਂ ਰਹਿੰਦੇ ਹੈਗੇ ਹੋ, ਜਿਹੜੇ ਆਟੋਮੋਬਾਈਲ ਇੰਸ਼ੋਰੈਂਸ ਪਾਲਿਸੀ ਹੈਗੀ, ਜਿਹੜੇ ਨੋ ਫਾਲਟ ਬੈਨੀਫਿਟ ਹੁੰਦੇ ਨੇ, ਜਿਵੇਂ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਏ ਤੇ ਜੋ ਉਹਨਾਂ ਨੂੰ ਬੈਨੀਫਿਟਸ ਅਵੇਲੇਬਲ ਹੁੰਦੇ ਨੇ ਸਟੈਂਡਰਡ ਪਾਲਿਸੀ ਦੇ ਵਿੱਚ, ਉਹ ਸਾਰੇ ਸੇਮ ਹੁੰਦੇ ਨੇ। ਉਸ ਦੇ ਵਿੱਚ ਫਰਕ ਨਹੀਂ ਹੈਗਾ ਤੁਸੀਂ ਕਿੱਧਰ ਮਰਜੀ ਰਹਿੰਦੇ ਹੋ, ਤੁਸੀਂ ਮਿਸਿਸਾਗਾ ਰਹਿੰਦੇ ਹੈਗੇ ਹੋ, ਬਰੈਂਪਟਨ ਰਹਿੰਦੇ ਹੋ, ਟੋਰਾਂਟੋ ਰਹਿੰਦੇ ਹੋ, ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਤੁਸੀਂ ਜਿਹੜੇ ਇਨਕਮ ਰਿਪਲੇਸਮੈਂਟ ਬੈਨੀਫਿਟਸ ਲੈ ਸਕਦੇ ਹੈਗੇ ਹੋ ਉਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਮਤਲਬ ਇੱਕ ਵਾਰ ਤੁਸੀਂ ਜਿਹੜੀ ਸਟੈਂਡਰਡ ਆਟੋ ਪਾਲਿਸੀ ਲੈ ਲਈ ਹੈਗੀ ਉਸ ਤੋਂ ਬਾਅਦ ਕੋਈ ਫਰਕ ਨਹੀਂ ਹੈਗਾ, ਉਹ ਤੁਸੀਂ ਜਿਹੜੀ ਮੜੀ ਇੰਸ਼ੋਰੈਂਸ ਕੰਪਨੀ ਤੋਂ ਲਈ ਹੋ ਉਹਦੇ ਵਿੱਚ ਉਹ ਸਾਰੀ ਸੇਮ ਹੈਗੀ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਹੈਗਾ ਕਿ ਉਸ ਤੋਂ ਇਲਾਵਾ ਵੀ ਲੋਕੀ ਜਿਹੜੇ ਹੈਗੇ ਨੇ ਉਹ ਐਨਹੈਂਸਡ ਕਵਰੇਜ ਲੈ ਸਕਦੇ ਹੈਗੇ ਨੇ। ਤੇ ਮੈਂ ਉਸ ਬਾਰੇ ਵਿੱਚ ਲੋਕਾਂ ਨੂੰ ਚਾਹੁੰਦੀ ਹੈਗੀ ਹਾਂ ਵੀ ਥੋੜਾ ਦੇ ਉਹਨਾਂ ਨੂੰ ਜਾਗਰੂਕਤਾ ਜਾਗੇ। ਜਿਹੜੀ ਜੇ ਫਰਜ਼ ਕਰੋ ਕਿਸੇ ਦਾ ਐਕਸੀਡੈਂਟ ਹੁੰਦਾ ਹੈਗਾ ਔਰ ਉਹ ਕੰਮ ਤੇ ਵਾਪਿਸ ਨਹੀਂ ਜਾ ਸਕਦਾ, ਤੇ ਜਿਹੜੀ ਸਟੈਂਡਰਡ ਆਟੋਮੋਬਾਈਲ ਪਾਲਿਸੀ ਹੈਗੀ, ਜਿਹੜਾ ਲਾਅ ਹੈਗਾ ਓਨਟਾਰੀਓ ਦੇ ਵਿੱਚ, ਤੁਹਾਨੂੰ 70% ਆਫ ਤੁਹਾਡੀ ਗ੍ਰੋਸ ਵੀਕਲੀ ਇਨਕਮ ਮਿਲਦੀ ਹੈਗੀ, ਮੈਕਸਿਮਮ ਆਫ $400 a week। डजंट मैटर चाहे कोई किसी ਦੀ 40,000 ਪਰ ਸਾਲ ਦੀ ਇਨਕਮ ਹੋਏ ਜਾਂ 100,000 ਕਿਸੇ ਦੇ ਸਾਲ ਦੀ ਇਨਕਮ ਹੋਏ, ਦੈਟਸ ਦ ਮੈਕਸਿਮਮ ਯੂ ਕੈਨ ਗੈਟ। ਤੇ ਜੇ ਫਰਜ਼ ਕਰੋ ਲੋਕਾਂ ਦੇ ਅਸੀਂ ਦੇਖਦੇ ਹੈਗੇ ਹਾਂ, ਅਸੀਂ ਕਾਰ ਐਕਸੀਡੈਂਟ ਦੇ ਕੇਸਿਸ ਕਰਦੇ ਹੈਗੇ ਹਾਂ, ਸਾਡੇ ਮਤਲਬ ਕਲਾਇੰਟ ਹੈਗੇ ਨੇ ਸੀਰੀਅਸ ਇੰਜਰੀ ਹੈਗੇ ਨੇ, ਦੇ ਕੈਨ ਗੋ ਬੈਕ ਟੂ ਵਰਕ, ਲੇਕਿਨ ਉਹ 400 ਤੋਂ ਜ਼ਿਆਦਾ ਇਨਕਮ ਰਿਪਲੇਸਮੈਂਟ ਕਲੇਮ ਨਹੀਂ ਕਰ ਸਕਦੇ ਹੈਗੇ। ਤੇ ਦੇ ਕੈਨ ਪੇ ਦੇਅਰ ਮੌਰਗੇਜ, they can't pay their bills, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈਗੀਆਂ ਨੇ ਤਕਲੀਫਾਂ ਪੇਸ਼ ਆਉਂਦੀਆਂ ਨੇ ਫਾਈਨੈਂਸ਼ੀਅਲ। ਤੇ ਉਹਨਾਂ ਨੂੰ ਕਈ ਵਾਰ ਪੁੱਛਦੀ ਹੈਗੀਆਂ ਵੀ ਤੁਹਾਡੇ ਕੋਲ ਆਪਸ਼ਨਲ ਬੈਨੀਫਿਟਸ ਹੈਗੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਆਪਸ਼ਨਲ ਬੈਨੀਫਿਟ ਕੀ ਹੈਗੇ ਨੇ। ਲੇਕਿਨ ਜਿਹੜੀ ਆਪਸ਼ਨਲ ਬੈਨੀਫਿਟ ਹੈਗੇ ਉਹ ਤੁਹਾਡੀ ਇਨਕਮ ਰਿਪਲੇਸਮੈਂਟ 400 ਦੇ ਬਜਾਏ 600 ਵੀਕ ਦੇ ਹੋ ਸਕਦੇ, 800 ਵੀਕ ਦੇ ਹੋ ਸਕਦੇ ਨੇ, $1,000 ਵੀਕ ਦੇ ਹੋ ਸਕਦੇ ਨੇ। ਤੇ ਬਹੁਤ ਮੈਂ ਕੰਮ ਦੇਖਿਆ ਹੈਗਾ ਜਿਹੜੇ ਲੋਕੀ ਹੈਗੇ ਨੇ ਉਹਨਾਂ ਨੇ ਆਪਣੇ ਆਪਸ਼ਨਲ ਬੈਨੀਫਿਟਸ ਲਿੱਤੇ ਹੈਗੇ ਨੇ ਤਾਂ ਕਿ ਉਹਨਾਂ ਨੂੰ ਜ਼ਿਆਦਾ ਇਨਕਮ ਰਿਪਲੇਸਮੈਂਟ ਮਿਲ ਸਕੇ। ਤੇ ਇਹ ਮੈਂ ਚਾਹੁੰਦੀ ਹਾਂ ਲੋਕਾਂ ਨੂੰ ਪਤਾ ਹੋਏ। ਸੈਕਿੰਡ, ਜਿਵੇਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ, ਜਿਵੇਂ ਸਟੈਂਡਰਡ ਬੈਨੀਫਿਟ ਦੇ ਵਿੱਚ ਕੇਅਰ ਗਿਵਰ ਬੈਨੀਫਿਟਸ ਕਵਰ ਨਹੀਂ ਹੈਗੇ ਨੇ, ਉਹ ਸਿਰਫ ਕਵਰ ਹੈਗੇ ਨੇ ਜੇ ਤੁਹਾਡੀ ਇੰਜਰੀ ਹੋਏ, ਕੈਟਾਸਟ੍ਰੋਫਿਕ ਇੰਜਰੀ ਹੋਏ। ਮਤਲਬ ਕੇਅਰ ਗਿਵਰ ਬੈਨੀਫਿਟਸ ਹੁੰਦੇ ਨੇ ਜੇ ਤੁਸੀਂ ਕਿਸੇ ਬੰਦੇ ਦੀ ਕੇਅਰ ਕਰਦੇ ਹੋਏ, ਉਹ ਜਿਹੜੇ ਹੁੰਦੇ ਨੇ ਜਿਹੜਾ ਫਸਟ ਬੰਦਾ ਹੈਗਾ $250 a week ਤੇ ਹੁੰਦੇ ਹੈਗੇ ਨੇ। ਅੱਛਾ, ਹੁਣ ਸਾਡੇ ਜਿਵੇਂ ਇੰਡੀਅਨ ਪਾਕਿਸਤਾਨੀ ਫੈਮਿਲੀ ਤੁਸੀਂ ਸਮਝੋ, ਬਹੁਤ ਸਾਰੇ ਬਜ਼ੁਰਗ ਵਗੈਰਾ ਸਾਡੇ ਨਾਲ ਰਹਿੰਦੇ ਹੈਗੇ ਨੇ, ਵੀ ਟੇਕ ਕੇਅਰ ਆਫ ਆਰ ਐਲਡਰਲੀਜ਼, ਠੀਕ ਹੈ ਨਾ। ਅੱਛਾ, ਉਹਦੇ ਵਿੱਚ
ਕਈ ਵਾਰ ਕੀ ਹੁੰਦਾ ਹੈ ਜਿਵੇਂ ਕਿਸੇ ਦਾ ਭਗਵਾਨ ਨਾ ਕਰੇ ਐਕਸੀਡੈਂਟ ਹੋ ਗਿਆ ਹੁਣ ਜਿਹੜੇ ਹੈਗੇ ਨੇ ਉਹ ਆਪਣੇ ਬਜ਼ੁਰਗ ਦੀ ਦੇਖਭਾਲ ਨਹੀਂ ਕਰ ਸਕਦੇ ਹੈਗੇ ਨੇ ਤੇ ਜਿਹੜੀ ਸਟੈਂਡਰਡ ਬੈਨੀਫਿਟਸ ਜਿਹੜੀ ਕਵਰੇਜ ਹੈਗੀ ਉਹਦੇ ਵਿੱਚ ਕੇਅਰ ਗਿਵਰ ਬੈਨੀਫਿਟਸ ਨਹੀਂ ਕਵਰ ਹੋ ਗਏ ਨੇ ਲੇਕਿਨ ਜੇ ਕਿਸੇ ਨੇ ਆਪਸ਼ਨਲ ਬੈਨੀਫਿਟਸ ਲਿੱਤੇ ਹੋਣ ਤੇ ਫਿਰ ਜਿਹੜੀ ਹੈਗੀ ਨੇ ਉਹ ਬਜ਼ੁਰਗਾਂ ਦੇ ਦੇਖਭਾਲ ਵਾਸਤੇ ਤੁਸੀਂ ਕਿਸੇ ਹੋਰ ਨੂੰ ਬੁਲਾ ਕੇ ਘਰ ਦੇ ਵਿੱਚ ਉਹ ਆ ਕੇ ਤੁਹਾਡੇ ਬਜ਼ੁਰਗਾਂ ਦੀ ਹੈਲਪ ਕਰ ਸਕਦੇ ਹੈਗੇ ਨੇ ਤੇ ਉਹ ਜਿਹੜੀ ਉਹ ਜੋ ਕਾਸਟ ਹੈਗੀ ਉਹ ਆਟੋ ਇੰਸ਼ੋਰੈਂਸ ਦੇ ਵਿੱਚ ਕਵਰ ਹੋ ਗਈ ਆਲਸੋ ਅਪਲਾਈਜ਼ ਟੂ ਜਿਵੇਂ ਕਿਸੇ ਦੇ ਮਾਈਨਰ ਬੱਚੇ ਹੈ ਨੇ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਤੁਸੀਂ ਨਹੀਂ ਕਰ ਸਕਦੇ ਹੈਗੇ ਹੋ ਐਕਸੀਡੈਂਟ ਦੇ ਬਾਅਦ ਤੇ ਇਹ ਜਿਹੜੀ ਆਪਸ਼ਨਲ ਕਵਰੇਜ ਅਵੇਲੇਬਲ ਹੈਗੀ ਸੀ ਪਰ ਲੋਕਾਂ ਨੇ ਨਹੀਂ ਖਰੀਦੀ ਨੈਕਸਟ ਜਿਹੜੀ ਕਵਰੇਜ ਹੈਗੀ ਜਿਵੇਂ ਲੋਕਾਂ ਦੀ ਮਾਈਨਰ ਇੰਜਰੀ ਜਿਹਨੂੰ ਕਹਿੰਦੇ ਨੇ ਮਾਈਨਰ ਇੰਜਰੀ ਗਾਈਡਲਾਈਨ ਦੇ ਵਿੱਚ ਜਿਸ ਦੀ ਮਤਲਬ ਸੌਫਟ ਟਿਸ਼ੂ ਇੰਜਰੀ ਹੁੰਦੀ ਹੈ ਸਿਰਫ $3,500 ਕਵਰੇਜ ਹੁੰਦੀ ਜਿਹੜੀ ਸਟੈਂਡਰਡ ਦੇ ਵਿੱਚ ਤੇ ਉਹਦੀ ਜੇ ਸਟੈਂਡਰਡ ਤੋਂ ਬਾਹਰ ਹੋਏ ਤੇ 65,000 ਹੁੰਦੀ ਹੈਗੀ ਠੀਕ ਹੈ ਲੇਕਿਨ ਲੋਕਾਂ ਨੂੰ ਪਤਾ ਨਹੀਂ ਹੈਗਾ they don't buy optional coverage same way ਜਿਵੇਂ ਲੋਕਾਂ ਦੇ ਹਾਊਸਕੀਪਿੰਗ ਹੈਗੀ ਜੇ ਤੁਸੀਂ ਘਰ ਦਾ ਕੰਮ ਨਹੀਂ ਕਰ ਸਕਦੇ ਹੈਗੇ ਘਰ ਦੇ ਵਿੱਚ 100 ਕੰਮ ਹੁੰਦੇ ਨੇ ਜੇ ਐਕਸੀਡੈਂਟ ਦੇ ਬਾਅਦ ਤੁਸੀਂ ਘਰ ਦਾ ਕੰਮ ਨਹੀਂ ਕਰ ਸਕਦੇ ਤੇ ਜਿਹੜੀ ਹਾਊਸਕੀਪਿੰਗ ਹੈਗੀ ਉਹ ਅਵੇਲੇਬਲ ਤੁਹਾਨੂੰ ਨਹੀਂ ਹੈਗੀ ਸਟੈਂਡਰਡ ਬੈਨੀਫਿਟ ਦੇ ਵਿੱਚ ਹਾਊਸਕੀਪਿੰਗ ਅਵੇਲੇਬਲ ਨਹੀਂ ਹੈਗੀ ਲੇਕਿਨ ਜੇ ਕੈਟਾਸਟ੍ਰੋਫਿਕ ਇੰਜਰੀ ਹੋਏ ਤੇ $100 ਪਰ ਵੀਕ ਤੁਸੀਂ ਕਿਸੇ ਨੂੰ ਘਰ ਦੇ ਵਿੱਚ ਆ ਕੇ ਆਓ ਤੁਹਾਡਾ ਖਾਣਾ ਖੂਨਾ ਬਣਾ ਸਕਦਾ ਹੈਗਾ ਤੁਹਾਡੀ ਘਰ ਦੀ ਸਫਾਈਆਂ ਕਰ ਸਕਦਾ ਹੈਗਾ ਤੁਹਾਨੂੰ ਹੋਰ ਚੀਜ਼ਾਂ ਵਿੱਚ ਹੈਲਪ ਕਰ ਸਕਦਾ ਹੈਗਾ ਉਹ ਜਿਹੜੇ ਸਟੈਂਡਰਡ ਦੇ ਵਿੱਚ ਕਵਰ ਨਹੀਂ ਹੈਗੇ ਨੇ ਲੇਕਿਨ ਲੋਕੀ ਆਪਸ਼ਨਲ ਜਿਹੜੇ ਹੈਗੇ ਨੇ ਉਹ ਬਾਈ ਕਰ ਸਕਦੇ ਨੇ ਚਾਹੇ ਉਹ ਹਾਊਸਕੀਪਿੰਗ ਹੋਏ ਜਾਂ ਫਿਰ ਤੁਹਾਡੀ ਉਹ ਮੈਡੀਕਲ ਰੀਹੈਬਿਲਿਟੇਸ਼ਨ ਹੋਏ ਇਹ ਬਹੁਤ ਸਾਰੀ ਕਵਰੇਜ ਹੈਗੀ ਨੇ ਜਿਹੜੇ ਲੋਕਾਂ ਨੂੰ ਅਵੇਲੇਬਲ ਹੈਗੀਆਂ ਨੇ ਤੇ ਲੋਕੀ ਜਿਹੜੇ ਹੈ ਉਹਨਾਂ ਨੂੰ ਅਵੇਲ ਨਹੀਂ ਕਰਦੇ ਹੈਗੇ ਜ਼ਰੂਰ ਇਹ ਗੱਲ ਜ਼ਰੂਰ ਹੈ ਵੀ ਇਸ ਤੋਂ ਬਾਅਦ ਤੁਹਾਡਾ ਪ੍ਰੀਮੀਅਮ ਤੁਹਾਡਾ ਵੱਧ ਜਾਏਗਾ ਲੇਕਿਨ ਮੈਂ ਲੋਕਾਂ ਨੂੰ ਚਾਹੁੰਦੀ ਹਾਂ ਕਿ ਵੀ ਜਾਗਰੂਕਤਾ ਹੋਏ ਤਾਂ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਵਿੱਚ ਤੁਸੀਂ ਆਪਣੇ ਇੰਸ਼ੋਰੈਂਸ ਨੂੰ ਰੀਨਿਊ ਕਰ ਰਹੇ ਹੈਗੇ ਹੋ ਇਨਫੋਰਮੇਸ਼ਨ ਇਜ਼ ਪਾਵਰ ਰਜਿੰਦਰ ਜੀ ਲੋਕਾਂ ਦੇ ਵਿੱਚ ਜਾਗਰੂਕਤਾ ਹੋਏਗੀ ਤੇ ਜਦੋਂ ਤੁਸੀਂ ਇੰਸ਼ੋਰੈਂਸ ਆਪਣੀ ਕਵਰੇਜ ਕਰਵਾ ਰਹੇ ਹੈਗੇ ਹੋ ਯੂ ਵਿਲ ਆਸਕ ਦੈਟ ਕੁਐਸਚਨ ਤੁਸੀਂ ਆਪਣੀ ਜਿਹੜੀ ਆਟੋਮੋਬਾਈਲ ਤੁਹਾਡਾ ਇੰਸ਼ੋਰੈਂਸ ਹੈਗੀ ਜਾਂ ਤੁਹਾਡਾ ਬ੍ਰੋਕਰ ਹੈਗਾ ਤੁਸੀਂ ਉਹਨਾਂ ਕੋਲੋਂ ਇਨਫੋਰਮੇਸ਼ਨ ਲਓ ਇਸ ਬਾਰੇ ਵਿੱਚ ਪੁੱਛੋ ਕਿ ਤੁਹਾਡੇ ਉੱਤੇ ਤੁਹਾਡੇ ਪ੍ਰੀਮੀਅਮ ਕਿੰਨਾ ਵਧੇਗਾ ਤੇ maybe for a little bit more money you can buy all these optional benefits ਲੇਕਿਨ ਲੋਕਾਂ ਦੇ ਵਿੱਚ ਜਾਗਰੂਕਤਾ ਹੋਣੀ ਚਾਹੀਏ ਕਿਉਂਕਿ ਰੱਬ ਨਾ ਕਰੇ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਹੈਗਾ ਤੇ ਬਹੁਤ ਸਾਰੇ ਜਿਹੜੇ ਬੈਨੀਫਿਟਸ ਹੈਗੇ ਨੇ ਉਹਨਾਂ ਦੀ ਅਵੇਲੇਬਿਲਿਟੀ ਹੋ ਸਕਦੀ ਸੀ ਪਰ ਲੋਕਾਂ ਨੇ ਆਪਸ਼ਨਲ ਬੈਨੀਫਿਟਸ ਨਹੀਂ ਲਏ ਤੇ ਉਹ ਉਹਨਾਂ ਨੂੰ ਅਵੇਲੇਬਲ ਨਹੀਂ ਹੈਗੇ ਨੇ ਤੇ ਮੇਰੀ ਬਸ ਇਹੋ ਬੇਨਤੀ ਹੈਗੀ ਕਿ ਜਦੋਂ ਤੁਹਾਡੀ ਆਪਸ਼ਨਲ ਕਵਰੇਜ ਹੁੰਦੀ ਹੈਗੀ ਪਲੀਜ਼ ਜਦੋਂ ਤੁਹਾਡੀ ਪਾਲਿਸੀ ਰੀਨਿਊ ਹੁੰਦੀ ਹੈਗੀ ਪਲੀਜ਼ speak to your insurance company speak to your broker ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਹੋਏ ਤੇ ਇਸ ਤਰ੍ਹਾਂ ਦੇ ਬੈਨੀਫਿਟਸ ਤੁਸੀਂ ਹੈ ਉਹ ਅਵੇਲ ਕਰ ਸਕੋ ਥੈਂਕ ਯੂ ਅਨੂ ਜੀ ਹਾਂ ਜੀ ਮੈਂ ਨੰਬਰ ਤੁਹਾਡਾ ਬੋਲ ਦੇਣਾ ਜੀ 416 734 0439 4167340439 ਛੋਟੀਆਂ ਗੱਲਾਂ ਲੇਕਿਨ ਬੜੀਆਂ ਹੀ ਕੰਮ ਦੀਆਂ ਗੱਲਾਂ ਹੋ ਜਾਂਦੀਆਂ ਕਈ ਵਾਰੀ ਔਰ ਬਹੁਤ ਤੁਹਾਡਾ ਬੈਨੀਫਿਟ ਇਹਦੇ ਨਾਲ ਹੋ ਜਾਂਦਾ ਹੈ ਤਾਂ ਪਲੀਜ਼ ਇਸੇ ਕਰਕੇ ਅਨੂ ਜੀ ਦੀ ਗੱਲਬਾਤ ਨੂੰ ਤੁਸੀਂ ਵੇਟ ਕਰਦੇ ਹੋ ਕਿਉਂਕਿ ਹਰ ਵਾਰੀ ਗੱਲਬਾਤ 'ਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ 4167340439 ਇਹ ਨੰਬਰ ਸੇਵ ਕਰਕੇ ਰੱਖੋ ਐਮਰਜੈਂਸੀ ਲੋੜ ਪੈ ਗਈ ਤਾਂ ਵੀ ਕਾਲ ਕਰ ਸਕਦੇ ਹੋ ਸਲਾਹ ਲਈ ਵੀ ਕਾਲ ਕਰ ਸਕਦੇ ਹੋ 4167340439 ਅਨੂ ਜੀ ਥੈਂਕ ਯੂ ਸੋ ਮਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਲਾਸਟ ਨਹੀਂ ਬਸ ਆਲ ਦ ਬੈਸਟ ਬੀ ਸੇਫ ਐਵਰੀਬਾਡੀ ਥੈਂਕ ਯੂ ਸੋ ਮਚ ਅਨੂ ਜੀ ਥੈਂਕ ਯੂ ਸੋ ਮਚ